ਰੇਲਵੇ ਪਟੜੀ ਰੂਪਨਗਰ ਤੇ 1 ਅਕਤੂਬਰ ਤੋਂ ਰੇਲ ਰੋਕੋ ਧਰਨੇ ਤੇ ਬੈਠੇ ਕਿਸਾਨਾਂ ਨੇ ਅੱਜ ਰੂਪਨਗਰ ਅਨੰਦਪੁਰ ਸਾਹਿਬ ਮਾਰਗ ਤੇ ਸਥਿਤ ਮਲਕਪੁਰ ਦਾ ਰਿਲਾਇੰਸ ਪੰਪ ਘੇਰ ਲਿਆ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਨਾਂ ਤੇ ਦੇਸ਼ ਦੇ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਕਿਸਾਨ ਆਪਣੀ ਕਿਸਾਨੀ ਅਤੇ ਜ਼ਮੀਨਾਂ ਦੀ ਲੁੱਟ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਦੁਨੀਆ 'ਚ ਅਮੀਰੀ ਦੇ ਕੀਰਤੀਮਨ ਸਥਾਪਿਤ ਕਰਨ ਵਾਲੇ ਅਡਾਨੀਆਂ ਤੇ ਅੰਬਾਨੀਆਂ ਨੂੰ ਕਿਸਾਨ ਹੀ ਨੱਥ ਪਾਉਣਗੇ, ਜੋ ਵੱਡੇ ਮਾਲਾਂ ਨਾਲ ਪਹਿਲਾਂ ਹਜ਼ਾਰਾਂ ਛੋਟੇ ਦੁਕਾਨਦਾਰਾਂ ਨੂੰ ਹੜਪ ਕਰ ਚੁੱਕੇ ਹਨ। ਹੁਣ ਵੱਡੇ ਸਾਈਕਲੋ ਬਣਾ ਕੇ ਕਿਸਾਨਾਂ ਦੇ ਅਨਾਜ ਭੰਡਾਰ ਨਾਲ ਕਿਸਾਨੀ ਨੂੰ ਹੜਪਣਾ ਚਾਹੁੰਦੇ ਨੇ। ਉਹਨਾਂ ਸਰਕਾਰ ਦੇ ਕਿਸਾਨਾਂ ਨੂੰ ਭੇਜੇ ਸੱਦੇ ਨੂੰ ਕੋਝਾ ਮਜ਼ਾਕ ਦੱਸਿਆ, ਜੋ ਕਿਸਾਨੀ ਅੰਦੋਲਨ ਨੂੰ ਤਾਰਪੀੜੋ ਕਰਨ ਦੀ ਇੱਕ ਸਾਜ਼ਿਸ਼ ਸੀ। ਉਹਨਾਂ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀ ਹਮਾਇਤੀ ਸਮਝਦੀ ਹੈ ਤਾਂ ਕੇਂਦਰੀ ਮੰਤਰੀ ਮੰਡਲ ਦਾ ਸੱਦਾ ਹੀ ਪ੍ਰਵਾਨ ਕੀਤਾ ਜਾ ਸਕਦਾ ਹੈ, ਜਿਸ ਵਿੱਚ ਖੇਤੀ ਬਿੱਲਾਂ ਤੇ ਨਿਰਣਾ ਲੈਣ ਵਾਲੀ ਧਿਰ ਮੌਜੂਦ ਹੋਵੇ। ਉਹਨਾਂ ਐਲਾਨ ਕੀਤਾ ਕਿ ਇਹ ਅੰਦੋਲਨ ਹੁਣ ਕਿਸੇ ਨਿਰਣੇ ਤੇ ਪਹੁੰਚ ਕੇ ਹੀ ਸ਼ਾਂਤ ਹੋਵੇਗਾ, ਨਹੀਂ ਤਾਂ ਕਿਸਾਨ ਪਹਿਲਾਂ ਵੀ ਮੁਰਦਿਆਂ ਵਾਂਗ ਜ਼ਿੰਦਗੀ ਗੁਜ਼ਾਰ ਰਹੇ ਸਨ ਅਤੇ ਹੁਣ ਵੀ ਉਹ ਕੁਰਬਾਨੀ ਲਈ ਤਿਆਰ ਨੇ। ਅਦਾਰਿਆਂ ਨੂੰ ਤੁਸੀਂ ਨਿਸ਼ਾਨਾ ਬਣਾ ਰਹੇ ਹੋ, ਅੱਜ ਵੀ ਤੁਸੀਂ ਕਾਰਪੋਰੇਟ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ, ਕੀ ਮਕਸਦ ਹੈ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ? ਕੀ ਅਗਲੀ ਰਣਨੀਤੀ? ਕਾਰਪੋਰੇਟ ਜਿਹੜੇ ਅਦਾਰੇ ਹੈ ਇਹ ਲਗਾਤਾਰ ਸਾਡੇ ਦੇਸ਼ ਦੀ ਸਾਰੀ ਜਿਹੜੀ ਹੈਗੀ ਹੈ ਕਿਸਾਨੀ ਨੂੰ ਹੋਰ ਸਾਰੇ ਲੋਕਾਂ ਨੂੰ ਲੁੱਟ ਰਿਹਾ ਹੈ। ਔਰ ਪਿਛਲੇ ਆਪਣੇ ਜੂਨ ਮਹੀਨੇ 'ਚ ਜਿਹੜੇ ਆਰਡੀਨੈਂਸ ਜਾਰੀ ਕੀਤੇ ਹੈ ਮੋਦੀ ਸਰਕਾਰ ਨੇ, ਇਹ ਆਰਡੀਨੈਂਸ ਜਿਹੜੇ ਹੈਗੇ ਕਾਰਪੋਰੇਟਾਂ ਨੂੰ ਜਿਹੜੇ ਗੱਫੇ ਦੇਣ ਦੇ ਲਈ ਇਹਦੇ ਨਾਲ ਕਿਸਾਨੀ ਸਾਡੀ ਬਰਬਾਦ ਹੋਣੀ ਹੈ। ਔਰ ਕਾਰਪੋਰੇਟਰ ਨਾਲ ਜਿਹੜੇ ਹੈਗੇ ਆ ਬਕਾਇਦਾ ਤੌਰ ਤੇ ਸਾਡੀਆਂ ਜ਼ਮੀਨਾਂ ਵੀ ਹਥਿਆ ਲੈਣੀਆਂ ਤੇ ਸਾਡਾ ਸਭ ਕੁਝ ਜਿਹੜੇ ਕਾਰੋਬਾਰ ਉਹ ਨਹੀਂ ਹਥਿਆਣੇ ਹੈ। ਜਿਵੇਂ ਆ ਪੰਪ ਲੱਗ ਗਏ ਆ, ਹੋਰ ਜਿਹੜੇ ਇਹਨਾਂ ਅਦਾਰਿਆਂ ਦੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਅਦਾਰੇ ਆ, ਉਸੇ ਤਰ੍ਹਾਂ ਦੇ ਨਾਲ ਹੀ ਨਹੀਂ ਖੇਤੀ 'ਤੇ ਕਬਜ਼ਾ ਕਰਨਾ ਹੈ। ਸੋ ਸਾਡਾ ਮੁੱਖ ਨਿਸ਼ਾਨਾ ਇਸ ਗੱਲ ਦਾ ਹੈ ਵੀ ਮੋਦੀ ਸਰਕਾਰ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸਾਡਾ ਜਿਹੜਾ ਵੇਚ ਰਹੀ ਹੈ। ਸਾਡੀਆਂ ਰੇਲਾਂ ਵੇਚਤੀਆਂ ਤੇ ਸਾਡੇ ਹਵਾਈ ਅੱਡੇ ਵੇਚਤੇ, ਇਸੇ ਤਰ੍ਹਾਂ ਦੇ ਨਾਲ LSE ਵੇਚਤੀ ਤੇ ਹੋਰ ਕਾਫੀ ਕੁਝ ਜਿਹੜੀ ਵੇਚ ਰਹੀ ਹੈ। ਤੇ ਹੁਣ ਖੇਤੀ ਵੱਲ ਨੂੰ ਸਿੱਧੀ ਹੋਈ ਹੈ ਤੇ ਖੇਤੀ ਵੱਲ ਨੂੰ ਜੇ ਸਿੱਧੀ ਹੋਈ ਹੈ ਤਾਂ ਕਿਸਾਨ ਵੀ ਅੱਜ ਉੱਠ ਕੇ ਇਹਦਾ ਡਟ ਕੇ ਵਿਰੋਧ ਕਰ ਰਿਹਾ ਹੈ। ਜਿਹੜਾ ਸਾਡਾ ਇਹਨਾਂ ਅਦਾਰਿਆਂ ਤੇ ਆ ਕੇ ਇਹਨਾਂ ਨੂੰ ਬੰਦ ਕਰਾਉਣਾ, ਜਿਵੇਂ ਪਹਿਲਾਂ ਮੌਲ ਤੇ ਗਏ, ਕੱਲ ਪਰਸੋਂ ਨੂੰ ਅਸੀਂ ਜਾਣਾ ਟੋਲ ਪਲਾਜ਼ੇ ਤੇ, ਇਹਨਾਂ ਅਦਾਰਿਆਂ ਤੇ ਜਾਣ ਦਾ ਸਾਡਾ ਮਤਲਬ ਇਹ ਹੈ, ਅਸੀਂ ਇਹ ਸੰਕੇਤ ਦੇ ਰਹੇ ਹਾਂ ਜੇ ਮੋਦੀ ਨੇ ਧੱਕੇ ਨਾਲ ਆਪਣੀ ਮੈਜੋਰਟੀ ਦੇ ਨਾਲ ਉੱਥੇ ਕਾਨੂੰਨ ਪਾਸ ਵੀ ਕਰਤੇ ਤਾਂ ਅਸੀਂ ਜਿਹੜਾ ਹੈ ਉਹਨਾਂ ਦਾ ਕਾਰੋਬਾਰ ਨਹੀਂ ਇੱਥੇ ਚੱਲਣ ਦੇਵਾਂਗੇ ਆਪਣੇ ਪੰਜਾਬ ਦੇ ਵਿੱਚ। ਇਹ ਸਾਡਾ ਪੂਰਾ ਤਹੀਆ ਆ, ਪੂਰਾ ਉਹ ਹੈ ਤੇ ਉਹਦੇ ਵਾਸਤੇ ਅਸੀਂ ਹੁਣੇ ਮੋਦੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਕੰਧ ਤੇ ਲਿਖਿਆ ਹੋਇਆ ਸੁਝਦਾ ਵਿਚਾਰ ਲਵੇ ਕਿ ਜੇ ਤਾਂ ਇਹ ਕਾਨੂੰਨ ਕਾਲੇ ਜਿਹੜੇ ਬਣਾਏ ਨੇ ਕਿਸਾਨ ਵਿਰੋਧੀ ਔਰ ਆਪਣਾ ਹੱਥ ਪਿੱਛੇ ਨੂੰ ਖਿੱਚਿਆ ਖਰੀਦ ਤੇ ਬਕਾਇਦਾ ਤੌਰ ਤੇ ਸਾਨੂੰ ਬਘਿਆੜਾਂ ਦੇ ਮੂਹਰੇ ਸੁੱਟਤਾ ਕਿਸਾਨੀ ਨੂੰ ਤੇ ਇਸੇ ਤਰ੍ਹਾਂ ਦੇ ਨਾਲ ਚੱਲਣਾ ਆ ਤਾਂ ਲੋਕ ਜਿਹੜੇ ਹੈ ਇਹਦੇ ਨਾਲ ਤੇ ਦੁੱਗਣੇ ਜੋਸ਼ ਦੇ ਵਿੱਚ ਉੱਠ ਕੇ, ਗੁੱਸੇ ਦੇ ਵਿੱਚ ਉੱਠ ਕੇ ਇਹਨਾਂ ਦਾ ਕਾਰੋਬਾਰ ਨਹੀਂ ਚੱਲਣਗੇ। ਔਰ ਤੇਰੀ ਜਿਹੜੀ ਦਿੱਲੀ ਦੀ ਸਰਕਾਰ ਹੈ ਜਿਹਦੀ ਮੈਜੋਰਟੀ ਦੇ ਨਾਲ ਤੂੰ ਕਾਲੇ ਕਾਨੂੰਨ ਬਣਾ ਰਿਹਾ, ਉਹ ਤੇਰੀ ਸਰਕਾਰ ਨੂੰ ਵੀ ਜਿਹੜਾ ਹੈ ਛੱਡਣਗੇ। ਠੀਕ ਤਿੱਖਾ ਹੁੰਦਾ ਜਾ ਰਿਹਾ। ਹੁਣ ਰਣਨੀਤੀ ਜਿਹੜੀ ਕਾਰਪੋਰੇਟ ਅਦਾਰਿਆਂ ਨੂੰ ਤੁਸੀਂ ਘੇਰਨ ਦੀ ਬਣਾਈ ਹੈ, ਕੀ ਕਰ ਰਹੇ ਹੋ ਇਹਦੇ ਵਿੱਚ? ਕਾਰਨ ਤਾਂ ਇਹੀ ਹੈ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਜੇ ਮੋਦੀ ਸਾਹਿਬ ਦੀ ਕੇਂਦਰ 'ਚ ਮੈਜੋਰਟੀ ਹੈ ਤਾਂ ਇੱਥੇ ਪੰਜਾਬ 'ਚ ਕਿਸਾਨਾਂ ਦੀ ਮੈਜੋਰਟੀ ਹੈ। ਹਾਲਾਂਕਿ ਇਹ ਲੜਾਈ ਸਾਰੇ ਦੇਸ਼ ਵਿੱਚ ਪਹੁੰਚ ਰਹੀ ਹੈਗੀ ਹੈ। ਇਹਦਾ ਇੱਕੋ ਸੰਕੇਤ ਹੈ ਵੀ ਤੂੰ ਤਾਂ ਚਾਹੁੰਦਾ ਵੀ ਮੈਂ ਖੇਤੀ ਕਾਰੋਬਾਰ ਵੀ ਸਾਂਭ ਲਵਾਂ, ਪਰ ਜਿਹੜੇ ਪਹਿਲਾ ਕਾਰੋਬਾਰ ਚੱਲਦੇ ਆ ਕਿਸਾਨ ਸਾਰੇ ਲੋਕ ਉਹ ਵੀ ਬੰਦ ਕਰਨ ਨੂੰ ਤਿਆਰ ਹੈ। ਉਹਦਾ ਸਾਰਿਆਂ ਦੇ ਸਾਹਮਣੇ ਰਿਜ਼ਲਟ ਹੈ। ਜੇ ਸ਼ਹਿਰ 'ਚ ਇੱਕ ਮੌਲ ਖੁੱਲ੍ਹ ਗਿਆ, ਕਿੰਨੇ ਦੁਕਾਨਦਾਰ ਉਹਦੇ ਨਾਲ ਉਹਦੇ ਪ੍ਰਭਾਵ ਥੱਲੇ ਆਉਣੇ ਆ, ਕਿੰਨੇ ਉਹਦਾ ਕਾਰੋਬਾਰ ਖਰਾਬ ਹੁੰਦਾ। ਔਰ ਬਾਕੀ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਮੋਦੀ ਨੇ ਤਾਂ ਪਤਾ ਨਹੀਂ ਕਿਆ ਸਰਕਾਰ ਨੇ ਮਨ ਬਣਾ ਲਿਆ ਵੀ ਸਾਰਾ ਹੀ ਦੇਸ਼ ਇਹਨਾਂ ਘਰਾਣਿਆਂ ਦੇ ਹਵਾਲੇ ਕਰਨ ਦੀ ਗੱਲ ਕਰ ਲਈ ਹੈ। ਔਰ ਸਾਰੇ ਹੀ ਆਪਾਂ ਪੇਪਰਾਂ 'ਚ ਪੜ੍ਹਦੇ ਆ ਵੀ ਰੇਲਾਂ ਵੀ ਵੇਚ ਰਹੇ ਆ, ਏਅਰਪੋਰਟ ਵੀ ਵੇਚ ਰਹੇ ਆ, ਬਿਜਲੀ ਦਾ ਬਿੱਲ ਪਹਿਲਾਂ ਸਟੇਟਾਂ ਕੋਲ ਜਿਹੜਾ ਹੈਗਾ ਸੀਗਾ ਕੰਟਰੋਲ, ਉਹ ਵੀ ਆਪਣੇ ਕੋਲ ਲਿਆ ਕੇ ਬਿੱਲ ਪਾਸ ਕਰਕੇ ਉਹ ਵੀ ਪ੍ਰਾਈਵੇਟ ਨੂੰ ਵੇਚਣਗੇ। ਔਰ ਬਾਕੀ ਜਨਤਾ ਕੋਲ ਕਿਆ ਰਹਿ ਜੂਗਾ, ਕਿਹੜਾ ਰੁਜ਼ਗਾਰ ਰਹਿ ਜੂਗਾ? ਤੁਹਾਨੂੰ ਸੁਨੇਹਾ ਵੀ ਸਰਕਾਰ ਭੇਜ ਰਹੀ ਹੈ, ਸਾਡੇ ਨਾਲ ਮੀਟਿੰਗ ਕਰ ਲਓ, ਜਥੇਬੰਦੀਆਂ ਨੂੰ ਭੇਜਿਆ ਹੈਗਾ ਤਾਂ ਜਥੇਬੰਦੀਆਂ ਨੇ ਸੁਨੇਹੇ ਨੂੰ ਵੀ ਨਕਾਰਤਾ। ਹੁਣ ਚਾਹੁੰਦੇ ਕੀ ਹੈ? ਨਹੀਂ, ਵਿੱਚੋਂ ਤੁਸੀਂ ਗੱਲ ਜਾਂਚੋ ਵਿੱਚੋਂ ਕੀ ਹੈ। ਜੇ ਉਹਨਾਂ ਨੇ ਵਾਕਿਆ ਹੀ ਗੱਲਬਾਤ ਕਰਕੇ ਸਮਝੌਤੇ ਵਾਲੀ ਗੱਲ ਹੁੰਦੀ ਤਾਂ ਕਿਸਾਨ ਜਥੇਬੰਦੀਆਂ ਜਵਾਬ ਨਹੀਂ ਤੀਆਂ ਦਿੰਦੀਆਂ। ਉਹਨਾਂ ਨੇ ਸਿਰਫ ਤੇ ਸਿਰਫ ਇੱਕ ਆਪਣਾ ਸਕੱਤਰ ਨੂੰ ਭੇਜ ਕੇ ਵਿੱਚ ਇਹ ਗੱਲ ਕਹੀ ਹੈ ਵੀ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਬਿੱਲ ਕੀ ਹੈ। ਹਾਲ ਤਾਈਂ ਉਹਨਾਂ ਨੂੰ ਇਹੀ ਨਹੀਂ ਸਮਝ ਆਈ ਹੈਗੀ ਵੀ ਕਿਸਾਨ ਇੰਨੀ ਬੜੀ ਗਿਣਤੀ 'ਚ ਬਾਹਰ ਨਿਕਲ ਆਏ ਆ, ਕਿਆ ਉਹ ਵਿੱਚ ਬਿਨਾਂ ਸੋਚੇ ਸਮਝੇ ਨਿਕਲੇ ਆ, ਕਿਆ ਉਹਨਾਂ ਨੂੰ ਬਿੱਲਾਂ ਬਾਰੇ ਪਤਾ ਹੀ ਨਹੀਂ ਲੱਗਿਆ ਹੈਗਾ। ਮੋਦੀ ਸਰਕਾਰ ਨੂੰ ਸਹੀ ਸਾਫ਼ ਨੀਤ ਕਰਕੇ ਕੋਈ ਜ਼ਿੰਮੇਵਾਰ
ਖੇਤੀਬਾੜੀ ਮੰਤਰੀ ਹੋਵੇ, ਹੋਰ ਸੀਨੀਅਰ ਮੰਤਰੀ ਹੋਵੇ, ਆ ਕੇ ਗੱਲ ਦਾ ਟਾਈਮ ਦੇਵੇ ਵੀ ਆ ਕੇ ਭਾਈ ਗੱਲ ਕਰੋ, ਅਸੀਂ ਆਹ ਕੁਝ ਕਰਨ ਨੂੰ ਤਿਆਰ ਹੈ। ਔਰ ਕਿਸਾਨ ਜਥੇਬੰਦੀਆਂ ਕਦੇ ਜਵਾਬ ਨਹੀਂ ਦੇਣਗੀਆਂ, ਪਰ ਇੱਕ ਸਕੱਤਰ ਨੂੰ ਭੇਜ ਕੇ ਉਹਨਾਂ ਵੀ ਚਿੱਠੀ ਇਹ ਲਿਖੀ ਆ ਵੀ ਆ ਜਾਓ, ਗੱਲਬਾਤ ਨਾਲ ਤੁਹਾਨੂੰ ਸਮਝਾ ਦਿੰਦੇ ਆ। ਇੰਨਾ ਸਾਨੂੰ ਬੁੱਧੂ ਸਮਝਦੇ ਕਿਸਾਨਾਂ ਨੂੰ ਵੀ ਸਾਰਾ ਹੀ, ਜੇ ਉਹਨਾਂ ਨੂੰ ਵੋਟਾਂ ਬਣਾਤੇ ਪਾ ਕੇ ਸੀਟਾਂ ਪਰ ਬਿਠਾਲਤਾ, ਉਹ ਜ਼ਿਆਦਾ ਸਮਝਦਾਰ ਬਣ ਗਏ ਵੀ ਜੋ ਸਾਨੂੰ ਸਮਝ ਆ ਉਹ ਕਿਸੇ ਨੂੰ ਸਮਝ ਹੈ ਉਹ ਨਹੀਂ। ਪਰ ਅੱਜ ਕਿਸਾਨ ਦੱਸਣਾ ਚਾਹੁੰਦਾ, ਤੁਸੀਂ ਜਿਸ ਮਰਜ਼ੀ ਕਿਸਾਨ ਨਾਲ ਗੱਲ ਕਰ ਲਓ, ਸਾਰੇ ਇਹ ਗੱਲ ਜਾਣਦੇ ਆ ਵੀ ਜਿਹੜਾ ਆਰਡੀਨੈਂਸਾਂ ਦਾ ਕੀ ਫਰਕ ਪੈਣਾ। ਔਰ ਅਸੀਂ ਵੀ ਕਹਿੰਦੇ ਆ ਵੀ ਸਾਰਾ ਦੇਸ਼ ਉਹਨਾਂ ਘਰਾਣਿਆਂ ਕੋਲ ਗਿਰਵੀ ਰੱਖਤਾ ਦੇਤਾ, ਸਾਰੀ ਜਨਤਾ ਨੇ ਤੰਗ ਹੋਣਾ ਹੈਗਾ। ਇਹਦੇ ਲਈ ਅਸੀਂ ਆ ਸੰਕੇਤ ਦੇ ਰਹੇ ਹਾਂ, ਜਿਵੇਂ ਮੌਲ ਘੇਰਦੇ ਆ ਲਾਇੰਸ ਵਾਲਿਆਂ ਦੇ, ਆ ਪੰਪਾਂ ਤੇ ਧਰਨਾ ਦੇ ਰਹੇ ਆ, ਔਰ ਜਿਹੜੇ ਟੋਲ ਪਲਾਜ਼ਾ ਉਹਨਾਂ ਤੇ ਧਰਨੇ ਦੇਣੇ ਹੈਗੇ ਆ। ਇਹ ਇੱਕ ਸੰਕੇਤ ਹੈ ਵੀ ਜਿਹੜੇ ਤੇਰੇ ਪਹਿਲਾਂ ਵੀ ਕਾਰੋਬਾਰ ਚੱਲਦੇ ਆ ਉਹ ਕਾਰੋਬਾਰ ਵੀ ਬੰਦ ਹੋ ਜਾਣਗੇ ਅਗਰ ਤੂੰ ਆ ਕੇ ਸਹੀ ਗੱਲਬਾਤ ਨਹੀਂ ਕੀਤੀ, ਸਹੀ ਫੈਸਲਾ ਨਹੀਂ ਕੀਤਾ। ਇਹ ਇੱਕ ਦੇਸ਼ 'ਚ ਬਹੁਤ ਵੱਡੀ ਜੰਗ ਸ਼ੁਰੂ ਹੋ ਜਾਏਗੀ ਬੜੇ ਘਰਾਣਿਆਂ ਔਰ ਆਮ ਲੋਕਾਂ ਵਿੱਚ, ਜਿਹੜਾ ਕਿ ਇੱਕ ਆਜ਼ਾਦੀ ਨੂੰ ਵੀ ਖਤਰਾ ਹੋ ਗਿਆ। ਲੋਕ ਇੱਥੇ ਤਾਂ ਹੀ ਧਾਰੀ ਬੈਠੇ ਆ ਵੀ ਜਿਵੇਂ ਸਾਡੇ ਪਹਿਲੇ ਆਜ਼ਾਦੀ ਘੁਲਾਟੀਆਂ ਨੇ ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਆਜ਼ਾਦੀ ਲਈ ਹੈ, ਪਰ ਜਿਹੜੀ ਆਰਥਿਕ ਆਜ਼ਾਦੀ ਹੈ, ਜਿਹੜੀ ਹੁਣ ਆਜ਼ਾਦੀ ਨੂੰ ਕਾਇਮ ਰੱਖਣਾ, ਆਰਥਿਕ ਆਜ਼ਾਦੀ ਲੈਣ ਵਾਸਤੇ ਸਾਰੇ ਹੀ ਤਿਆਰ ਬੈਠੇ ਆ। ਭਾਵੇਂ ਅੱਜ ਕੰਮ ਦਾ ਵੀ ਜ਼ੋਰ ਹੈ, ਫਿਰ ਵੀ ਕਿਸਾਨ ਸਾਰੇ ਪਿੰਡਾਂ ਤੋਂ ਆ ਰਹੇ ਆ ਕਿ ਜਿਵੇਂ ਹੁਣ ਧਰਨਾ ਵਧਾਤਾ, ਪਹਿਲਾਂ 8 ਤੱਕ ਤਾਂ ਹੁਣ 15 ਤੱਕ ਕਰਤਾ। ਲੋਕ ਕਹਿੰਦੇ ਭਾਵੇਂ 8 ਮਹੀਨੇ ਵੱਧ ਜਾਵੇ, ਸਾਲ ਵੱਧ ਜਾਵੇ, ਅਸੀਂ ਹਰ ਇੱਕ ਲੜਾਈ ਕਰਨ ਨੂੰ ਤਿਆਰ ਹੈ ਔਰ ਇਹ ਲੜਾਈ ਅਸੀਂ ਜਿੱਤ ਕੇ ਹੀ ਰਹਾਂਗੇ, ਦੇਸ਼ ਨੂੰ ਬਚਾ ਕੇ ਹੀ ਰਹਾਂਗੇ। ਇਹੀ ਕਿਸਾਨਾਂ ਦਾ ਸੁਪਨਾ। ਦੇਖੋ ਜੀ, ਗੱਲ ਇਸ ਤਰ੍ਹਾਂ ਹੈ ਵੀ ਅਗਰ ਸੱਦਾ ਦੇਣਾ ਸੀ ਤਾਂ ਉਹ ਉਸ ਲੈਵਲ ਦਾ ਸਾਡੇ ਉੱਥੇ ਮੰਤਰੀ ਨਾਲ ਕਿਸੇ ਨਾਲ ਗੱਲ ਕਰਾਈ ਜਾਂਦੀ ਜਿਹੜਾ ਉਸ 'ਤੇ ਫੈਸਲਾ ਲੈ ਸਕਦਾ ਹੁੰਦਾ। ਸੈਕਟਰੀ ਕੀ ਫੈਸਲਾ ਲੈ ਸਕਦਾ? ਦੂਜੀ ਗੱਲ, ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਬੁਲਾਇਆ, ਨਾ ਕਿ ਸਾਡਾ ਕੋਈ ਫੈਸਲਾ ਕਰਨ ਵਾਸਤੇ ਬੁਲਾਇਆ। ਜਿਹੜੀਆਂ ਸਮਝੌਤੇ ਦੀਆਂ ਮੀਟਿੰਗਾਂ ਹੋਏ ਕਰਦੀਆਂ ਉਹ ਆਪਸ ਵਿੱਚ ਬਰਾਬਰ ਦੇ ਮਤਲਬ ਉਹਦੇ ਨਾਲ ਹੋਏ ਕਰਦੀਆਂ, ਬਰਾਬਰ ਦੇ ਬੰਦੇ ਨਾਲ। ਜਿਵੇਂ ਮੰਤਰੀਆਂ ਦਾ ਫੈਸਲਾ ਹੈ ਉੱਥੇ ਜਿਹੜਾ ਲਾਗੂ ਕੀਤਾ ਬਿੱਲ, ਉਹ ਜਿਹੜੇ ਮੰਤਰੀ ਇਹ ਫੈਸਲਾ ਲਾਗੂ ਕਰਵਾ ਸਕਦੇ ਆ ਜਾਂ ਸਰਕਾਰ ਨੂੰ ਤੇ ਇਹ ਵਾਪਸ ਲੈਣ ਵਾਸਤੇ ਕੋਈ ਪ੍ਰੈਸ਼ਰ ਕਰ ਸਕਦੇ ਆ, ਇਸ ਫੈਸਲੇ ਨੂੰ ਸਿਰੇ ਚਾੜ ਸਕਦੇ ਆ। ਅਗਰ ਉਹਨਾਂ ਵੱਲੋਂ ਫੈਸਲਾ ਹੁੰਦਾ ਤਾਂ ਅਸੀਂ ਫੈਸਲਾ ਵਾਸਤੇ ਜ਼ਰੂਰ ਜਾਂਦੇ। ਉਹਨਾਂ ਨੇ ਤਾਂ ਛੋਟੇ ਲੈਵਲ ਦੇ ਅਫਸਰ ਤੋਂ ਸਾਨੂੰ ਸੱਦਾ ਪੱਤਰ ਭੇਜਿਆ। ਦੂਜੀ ਗੱਲ, ਉਹ ਸਾਨੂੰ ਉਹਨਾਂ ਦੀ ਇੱਕ ਇਹ ਪਾਣ ਦੀ ਰਾਜਨੀਤੀ ਸੀ। ਉਹਨਾਂ ਨੇ ਸੱਦਾ ਪੱਤਰ ਸਮੂਹ ਜਥੇਬੰਦੀ ਨੂੰ ਨਹੀਂ ਭੇਜਿਆ ਜੀ, 2 ਨੂੰ ਭੇਜਤਾ, 10 ਨੂੰ ਭੇਜਿਆ ਨਹੀਂ। ਦੂਜੀ ਗੱਲ, ਜਿਹੜੇ ਹਰਿਆਣੇ ਦੇ ਕਿਸਾਨ ਹੈ ਉਹ ਵੀ ਸੰਘਰਸ਼ ਕਰ ਰਹੇ ਆ, ਉਹਨਾਂ ਦਾ ਫਰਜ਼ ਬਣਦਾ ਸੀ ਹਰਿਆਣਾ ਦੇ ਕਿਸਾਨਾਂ ਨੂੰ ਵੀ ਇਨਵੋਲਵ ਕਰਦੇ। ਦੇਖੋ, ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਇਹ ਬਾਈ ਬਹੁਤ ਡੂੰਘਾਈ ਵਿੱਚ ਜਾਂਦੇ ਨੇ। ਇਹਨਾਂ ਕੋਲ ਪੜ੍ਹੇ ਲਿਖੇ IAS PC ਅਫਸਰ ਹੁੰਦੇ ਆ ਜਿਨ੍ਹਾਂ ਦੇ ਬਹੁਤ ਵੱਡੇ ਖਚਰੇ ਦਿਮਾਗ ਹੁੰਦੇ ਆ। ਉਹਨਾਂ ਨੇ ਹਰ ਇੱਕ ਜੇ ਕੋਈ ਸੰਘਰਸ਼ ਕਰਤਾ, ਹਰ ਇੱਕ ਸੰਘਰਸ਼ ਨੂੰ ਫੇਲ ਕਰਨ ਵਾਲੇ ਪਾਸੇ ਤੁਰ ਚੱਲਣਾ ਹੁੰਦਾ, ਨਾ ਕਿ ਉਹਨਾਂ ਨਾਲ ਕਿਸੇ ਆਖਰੀ ਸਮਝੌਤੇ 'ਤੇ ਪਹੁੰਚਣਾ ਹੁੰਦਾ। ਇਹੀ ਇਸ ਸਰਕਾਰ ਦੀ ਪਾਲਿਸੀ ਸੀ, ਸਾਨੂੰ ਵੰਡਣ ਦੀ। ਸਾਡਾ ਜਿਹੜਾ ਇਹ ਸੰਘਰਸ਼ ਚੱਲ ਰਿਹਾ ਇਹਨੂੰ ਫੇਲ ਕਰਨ ਦੀ। ਇਸ ਕਰਕੇ ਕਿਸਾਨ ਜਥੇਬੰਦੀਆਂ ਨਾਲ ਸੋਚ ਵਿਚਾਰ ਕੇ ਉਹਨਾਂ ਨੂੰ ਜਵਾਬ ਦਿੱਤਾ ਕਿ ਅਗਰ ਤੁਸੀਂ ਕਰਨਾ ਹੈ, ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ, ਤਾਂ ਜੋ ਇਸ ਦੇ ਸਮਰੱਥ ਪਾਵਰ ਵਾਲਾ ਬੰਦਾ ਸਾਡੀ ਉਹਦੇ ਨਾਲ ਗੱਲ ਕਰਾਓ, ਅਸੀਂ ਛੋਟੇ ਸੈਕਟਰੀ ਵਗੈਰਾ ਨਾਲ ਗੱਲ ਨਹੀਂ ਕਰਾਂਗੇ। ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਇਹ ਤਾਂ ਬੜੇ ਚਿਰਾਂ ਤੋਂ ਚੱਲ ਰਿਹਾ, ਬਹੁਤ ਦੇਰ ਬਾਅਦ। ਮੈਂ ਇਹਨਾਂ ਦੇ ਅੰਦੋਲਨ ਪਹਿਲਾਂ ਵੀ ਜਦੋਂ ਵੀ ਨੂਰ ਤਬੇਦੀ ਧਰਨੇ ਇਹਨਾਂ ਦੇ ਜਾਂਦਾ ਸੀ, ਮੈਂ 15-20 ਦਿਨ ਤੋਂ ਬਿਮਾਰ ਚੱਲਦਾ ਤਾਂ ਘਰੇ ਪਿਆ ਸੀ, ਮੈਂ ਕਿਤੇ ਨਿਕਲਿਆ ਨਹੀਂ। ਠੀਕ ਹੈ ਜੀ, ਮੈਂ ਉਸ ਨੂੰ 25 ਤਰੀਕ ਆਉਣਾ, ਉਦੋਂ ਵੀ ਮੈਨੂੰ ਬਹੁਤ ਬੁਖਾਰ ਦਾ। ਮਾਸਟਰ ਜੀ ਉਹਨਾਂ ਨਾਲ ਗੱਲ ਹੋਈ ਸੀ, ਪ੍ਰਧਾਨ ਸਾਹਿਬ ਉਹਨਾਂ ਨੇ ਕਿਹਾ ਮੈਂ ਆਉਣਾ ਹੈ, ਪਰ ਬੁਖਾਰ ਮੈਨੂੰ ਇਹਨਾਂ ਦਾ, ਮੈਂ ਇਸ ਕਰਕੇ ਆ ਨਹੀਂ ਸਕਿਆ। ਅੱਜ ਮੈਂ ਹੁਣ ਲਗਾਤਾਰ ਇਹਨਾਂ ਦੇ ਨਾਲ, ਜਦੋਂ ਤੋਂ ਚੱਲੇਗਾ ਅੰਦੋਲਨ ਦੇ ਨਾਲ ਰਹਾਂ। ਟੈਸਟ ਕਰਾ ਲਿਆ? ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ। ਟੈਸਟ ਕਰਾ ਕੇ ਨਿਕਲਿਆ ਘਰਾਂ ਦੇ ਬਾਹਰ। ਨਹੀਂ, ਕਰੋਨਾ ਵਾਲੀ ਕੋਈ ਦਿੱਕਤ ਤਾਂ ਨਹੀਂ ਸੀ? ਜਿਹੜਾ ਬੁਖਾਰ ਬੁਖਾਰ ਹੁਣ ਲਗਾਤਾਰ ਚੜ੍ਹਦਾ ਰਿਹਾ, ਕਰੋਨਾ ਦੇ ਟੈਸਟ ਕਰਾ ਲਿਆ, ਠੀਕ ਸੀ ਬਾਤ। ਹੁਣ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਪਹਿਲਾਂ ਤੁਸੀਂ ਜਿੱਤੇ ਸੀ, MLA ਬਣੇ ਸੀ, ਫਿਰ ਕਾਂਗਰਸ ਚਲੇ ਗਏ ਤੇ ਕਿਸਾਨ ਵੀ ਆ। ਹੁਣ ਅੱਜ ਕਿਹੜੇ ਪੱਖ? ਅੱਜ ਮੈਂ ਕਿਸਾਨਾਂ ਦੇ ਨਾਲ ਆਇਆ, ਕਿਸਾਨਾਂ ਦੇ ਨਾਲ। ਬਤੌਰ ਕਿਸਾਨ ਬਣ ਕੇ ਆਏ ਹੋ ਕਿ ਬਤੌਰ MLA? ਨਹੀਂ, ਕਿਸਾਨ ਬਣ ਕੇ ਆਇਆ ਬਈ। ਅੱਛਾ, ਇਹ ਦੱਸਿਓ, ਹੁਣ ਇੰਨੇ ਦਿਨ ਤੁਸੀਂ ਘਰ ਰਹੇ ਹੋ, ਬਿਮਾਰ ਰਹੇ ਹੋ, ਚਲੋ ਫਿਰ ਵੀ ਬੰਦਾ ਪਿਆ ਸੋਚ ਲੈਂਦਾ ਹੈ। ਤੁਸੀਂ ਇਹ ਜਿਹੜੇ ਆਰਡੀਨੈਂਸ ਆਇਆ, ਬਿੱਲ ਹੈ, ਇਹਨਾਂ ਨੂੰ ਥੋੜਾ ਸਟੱਡੀ ਕੀਤਾ ਹੈ ਕਿ ਕੀ ਲੱਗਦਾ ਤੁਹਾਨੂੰ ਇਹਦੇ 'ਚ ਗਲਤ ਕੀ ਖਾਮੀ ਕੀ ਹੈ? ਖਾਮੀਆਂ ਦੇਖੋ, ਜਿਹੜਾ ਪਹਿਲਾ ਆਰਡੀਨੈਂਸ ਹੈ, ਮਤਲਬ ਕਿਤੇ ਵੀ ਜਿਹੜਾ ਆਟਾ ਆਪਣਾ ਦਾਲ ਹੈ ਸਾਡੀਆਂ ਜਾਂ ਇਕੱਠੇ ਹੈ ਸਾਰਾ ਕੁਝ, ਉਹਨਾਂ ਨੇ ਜਿਹੜੇ ਬਸਤਾਂ ਪੱਕੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈ। ਠੀਕ ਹੈ ਜੀ। ਦੂਸਰਾ,
ਜਿਹੜਾ ਅਸੀਂ ਕੋਈ ਵੀ ਸਮਾਨ ਹੈ ਆਪਣਾ ਕਿਤੇ ਵੀ ਕਹਿੰਦੇ ਵੇਚ ਲਓ ਜਾ ਕੇ। ਪਹਿਲੇ ਤਾਂ ਸਾਡੇ ਬਿਹਾਰ ਦੇ ਸਮਾਂ ਯੂਪੀ ਦੇ ਲੋਕ ਇੱਥੇ ਧਾਨ ਵੇਚਦੇ ਆ ਕੇ, MSP ਕੱਟ ਰਹੀ ਹੈ ਉਹਦੇ ਉੱਪਰ ਤੇ, ਠੀਕ ਹੈ। ਸਾਨੂੰ ਘੱਟੋ ਘੱਟ ਮੁੱਲ ਤਾਂ ਸਰਕਾਰ ਦਾ ਤੈਅ ਹੋਣਾ ਲੋਕਾਂ ਨੂੰ ਮਿਲਣਾ ਚਾਹੀਦਾ ਨਾ, ਉਹ ਧੋਖੇ ਹੋ ਰਿਹਾ ਨਾ ਲੋਕਾਂ ਦੇ ਨਾਲ। MSP ਇੱਥੇ ਮਿਲਦੀ ਉੱਥੇ ਮਿਲਦੀ ਨਹੀਂ ਇੱਧਰ ਆਉਂਦੇ ਉਹ। ਨਹੀਂ, ਜਦੋਂ MSP ਹਟ ਜਾਊਗੀ ਤਾਂ ਲੋਕਾਂ ਨਾਲ ਤਾਂ ਧੋਖਾ ਹੋ ਜਾਣਾ। ਅੱਛਾ, ਹੁਣ ਕੈਪਟਨ ਸਰਕਾਰ ਤੋਂ ਮੰਗ ਕਰ ਰਹੇ ਆ ਕਿਸਾਨ ਵੀ ਜਿਹੜਾ ਸਪੈਸ਼ਲ ਸਦਨ ਆ ਇਹਦਾ ਸੱਦਿਆ ਜਾਵੇ, ਸੈਸ਼ਨ ਸੱਦਿਆ ਜਾਵੇ। ਇਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ? ਇਹ ਜ਼ਰੂਰੀ ਹੈ। ਇੱਥੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਕਿ ਪੰਜਾਬ ਦੇ ਲੋਕਾਂ ਦੀ ਦੇਖੋ, ਸੈਂਟਰੀ ਸਰਕਾਰ ਨਹੀਂ ਕਰਦੀ ਹੈ, ਪੰਜਾਬ ਸਰਕਾਰ ਨੂੰ ਜ਼ਰੂਰ ਲੋਕਾਂ ਵਾਸਤੇ ਸੋਚਣਾ ਚਾਹੀਦਾ, ਜ਼ਿਮੀਂਦਾਰਾਂ ਵਾਸਤੇ, ਪੰਜਾਬ ਦੇ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਜ਼ਰੂਰ ਸੋਚਣਾ ਚਾਹੀਦਾ ਹੈ। ਕੁਛ ਨਹੀਂ, ਸਰਕਾਰ ਬਹੁਤ ਕੁਝ ਕਰ ਸਕਦੀ ਹੈ, ਕਿਉਂ ਨਹੀਂ ਕਰ ਸਕਦੀ ਸਰਕਾਰ? ਪੰਜਾਬ ਸਰਕਾਰ ਇਹਨਾਂ ਦਾ ਸੈਸ਼ਨ ਬੁਲਾ ਕੇ ਜੋ ਵੀ ਹੋਵੇ ਵੱਧ ਤੋਂ ਵੱਧ ਆਪਣੇ ਲੋਕਾਂ ਦੇ ਲਈ ਕੁਛ ਨਾ ਕੁਛ ਕਰਨ ਜ਼ਰੂਰ। ਟਕਰਾਅ ਦੀ ਸਥਿਤੀ ਬਣ ਰਹੀ ਆ ਮੁੱਖ ਮੰਤਰੀ ਨਾਲ। ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਅਲਟੀਮੇਟਮ ਨਾ ਦਿਓ, ਵੀ ਅਸੀਂ ਸੋਚਾਂਗੇ, ਅਸੀਂ ਤੁਹਾਡੇ ਨਾਲ ਆ। ਜੇ ਟਕਰਾਅ ਪੈਦਾ ਹੁੰਦਾ ਹੈ ਕਿਸਾਨਾਂ ਦਾ, ਤੁਸੀਂ ਕਿੱਧਰ ਖੜੋਗੇ? ਮੈਂ ਕਿਸਾਨਾਂ ਦੇ ਨਾਲ ਖੜਾਂਗਾ ਜੀ, ਮੈਂ ਕਿਸੇ ਨਾਲ ਨਹੀਂ ਖੜਾਂਗਾ, ਆਪਣੇ ਕਿਸਾਨਾਂ ਦੇ ਨਾਲ ਖੜਾਂਗਾ। ਮੁੱਖ ਮੰਤਰੀ ਦੇ ਉਲਟ ਜਾ ਸਕਦੇ ਹੋ ਤੁਸੀਂ? ਦੇਖੋ ਜੀ, ਮੈਂ ਹਜੇ ਕਿਸਾਨ ਬੰਦਾ, ਮੇਰਾ ਜਾਂ ਆਪਣੇ ਨਹੀਂ ਰਹਿਣਾ ਕੁਝ, ਮੈਂ ਆਪਣੇ ਵੀਰਾਂ ਦੇ ਨਾਲ, ਭਰਾਵਾਂ ਦੇ ਨਾਲ ਰਵਾਂਗਾ। ਬਾਕੀ ਸਰਕਾਰਾਂ ਬਾਅਦ ਦੀ ਗੱਲ ਹੈ, ਪਹਿਲਾਂ ਸਾਡੇ ਕਿਸਾਨ ਹੈ, ਕਿਸਾਨਾਂ ਦੇ ਨਾਲ ਹੈ। ਤੁਸੀਂ ਪਾਰਟੀ ਆਮ ਆਦਮੀ ਛੱਡ ਕੇ ਕਾਂਗਰਸ ਦੇ ਸਮਰਥਨ ਦੇ ਵਿੱਚ ਗਏ ਸੀਗੇ, ਠੀਕ ਹੈ, ਤਾਂ ਫਿਰ ਮੁੱਖ ਮੰਤਰੀ ਸਾਹਿਬ ਨਾਲ ਰਾਬਤਾ? ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨਾਲ ਰਾਬਤਾ ਹੁੰਦਾ ਜੀ। ਸਾਡੇ ਆਪਣੇ ਕਿਸਾਨ ਇਹ ਡੁੱਬ ਗਏ ਸਾਰੇ, ਅਸੀਂ ਰਹਿਣੇ ਨਹੀਂ ਹੈਗਾ। ਆਪਾਂ ਸਰਕਾਰਾਂ ਦੇ ਕੀ ਲੈਣਾ ਯਾਰ? ਆਪਾਂ ਸਰਕਾਰ 'ਚ ਰਹਿ ਕੇ ਕੀ ਕਰਾਂਗੇ? ਪਹਿਲਾਂ ਸਾਨੂੰ ਕਿਸਾਨ ਹੈ, ਪਹਿਲਾਂ ਸਾਡੀਆਂ ਆਪਣੇ ਭਰਾ ਹੈ ਸਾਰੇ, ਉਹਨਾਂ ਦੇ ਨਾਲ ਰਹਿਣਾ, ਬਾਕੀ ਗੱਲਾਂ ਬਾਅਦ ਦੀਆਂ ਸਾਰੀਆਂ। ਸਰਕਾਰ ਬਾਅਦ ਦੀਆਂ ਗੱਲਾਂ ਸਾਰੀਆਂ। ਹੁਣ ਸਰਕਾਰ ਨਾਲ ਕੋਈ ਇਸ ਮੁੱਦੇ ਦੇ ਉੱਤੇ ਬਤੌਰ ਤੁਸੀਂ MLA ਹੋ ਤੇ ਕੋਈ ਰਾਬਤਾ ਇਸ ਤਰ੍ਹਾਂ ਦਾ ਹੋਇਆ? ਜਦੋਂ ਸਰਕਾਰ ਸੈਸ਼ਨ ਬਣਾਉਣ ਦੀ ਸੈਸ਼ਨ ਪਿੱਛੇ ਬੁਲਾਇਆ ਸੀ, ਜਦੋਂ ਸਾਤੋਂ ਬੁਲਾਉਂਦੇ ਆ, ਪੁੱਛਦੇ ਕੁਛ ਅਸੀਂ ਆਪਣੇ ਸੁਝਾਅ ਦੇ ਦਿੰਦੇ ਹੈਗੇ, ਠੀਕ ਹੈ ਜੀ। ਹੁਣ ਕੋਈ ਇਸ ਸੈਸ਼ਨ ਦੇ ਰਿਗਾਰਡਿੰਗ ਕੋਈ ਗੱਲ ਹੋਈ? ਅਜਾ ਕੋਈ ਗੱਲ ਨਹੀਂ, ਜਾਣਾ ਕੱਲ ਨੂੰ ਮੀਟਿੰਗ ਹੈਗੀ ਹੈ, ਉੱਥੇ ਜਾ ਕੇ ਦੱਸਾਂਗੇ ਭਾਈ ਲੋਕਾਂ ਦੇ ਹੱਕਾਂ ਵਿੱਚ ਗੱਲ ਕਰੋ ਕੁਛ ਵੀ ਹੈ। ਪੰਜਾਬ ਸਰਕਾਰ ਬਹੁਤ ਵੱਡੀ ਚੀਜ਼ ਹੈਗੀ ਹੈ, ਕਿਹਾ ਨਹੀਂ ਸਰਕਾਰ ਕਿਆ ਨਹੀਂ ਕਰ ਸਕਦੀ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਆਪਣੇ ਲੋਕਾਂ ਵਾਸਤੇ ਬਹੁਤ ਕੁਛ। ਕਿਹਦੀ ਮੀਟਿੰਗ ਹੈ, ਕਿਹਨੇ ਬੁਲਾਇਆ? ਕੱਲ ਮੀਟਿੰਗ ਉੱਥੇ ਚੰਡੀਗੜ੍ਹ। ਕਿਹਦੀ ਮੀਟਿੰਗ? ਸਰਕਾਰ ਦੀ ਮੀਟਿੰਗ ਹੈ, ਕਿਸਾਨ ਜਥੇਬੰਦੀਆਂ ਦੀ ਮੀਟਿੰਗ? ਕਿਹਦੀ ਮੀਟਿੰਗ? ਮੈਂ ਤਾਂ ਸਰਕਾਰ ਦੀ ਮੀਟਿੰਗ ਵਿੱਚ ਜਾਣਾ ਹੈ, ਜੇ ਮੈਨੂੰ ਕੋਈ ਸੱਦਾ ਪੱਤਰ ਆਇਆ ਉੱਥੇ ਜਾਣਾ, ਸਵੇਰੇ ਉਹਨਾਂ ਨਾਲ ਗੱਲਬਾਤ ਕਰਾਂਗਾ ਮਿਲ ਕੇ। ਅੱਛਾ, ਇਹ ਦੱਸਿਓ ਵੀ ਜਿਹੜਾ ਪਿੱਛੇ ਯੂਥ ਕਾਂਗਰਸ ਨੇ ਇੱਕ ਟਰੈਕਟਰ ਫੂਕਿਆ ਹੈ, ਹਾਂਜੀ, ਕਿਆ ਇਹਨੂੰ ਤੁਸੀਂ ਠੀਕ ਸਮਝਦੇ ਹੋ? ਇਹਦਾ ਕੋਈ ਫਾਇਦਾ ਹੈ ਕਿਸਾਨਾਂ? ਦੇਖੋ, ਹਰ ਬੰਦੇ ਦੀ ਆਪਣੀ ਸੋਚ ਹੈ, ਮੈਂ ਇਹਦੇ ਬਾਰੇ ਕੁਝ ਕਮੈਂਟਮੈਂਟ ਨਹੀਂ ਕਰਨੀ ਚਾਹੁੰਦਾ, ਠੀਕ ਹੈ। ਕਿਸਾਨਾਂ ਦਾ ਟਰੈਕਟਰ ਦਾ ਵੈਸੇ ਫੂਕਣਾ ਨਹੀਂ ਚਾਹੀਦਾ, ਤਾਂ ਚਲੋ ਜੋ ਕਰਤਾ ਸਹੀ ਹੈ, ਉਹਨਾਂ ਦਾ ਆਪਣਾ ਫੈਸਲਾ, ਹਰ ਬੰਦੇ ਦਾ ਆਪਣਾ ਫੈਸਲਾ ਹੈ, ਮੈਂ ਕਿਸੇ ਦੇ ਵਿਚਾਰਾਂ ਵਿੱਚ ਨਹੀਂ ਜਾ ਸਕਦਾ। ਅੱਛਾ, ਜਿਹੜੇ ਰਾਹੁਲ ਗਾਂਧੀ ਜੀ ਆ, ਉਹ ਦਿੱਲੀ ਤੋਂ ਪੰਜਾਬ ਆ ਕੇ ਰੈਲੀਆਂ ਕਰਕੇ ਚਲੇ ਗਏ। ਕਿਸਾਨ ਤਾਂ ਬੈਠੇ ਸੀ ਪਟੜੀਆਂ ਤੇ ਜਾਂ ਧਰਨਿਆਂ ਤੇ, ਉਹ ਫਿਰ ਕਿਹਨੂੰ ਸੰਬੋਧਨ ਕਰਕੇ ਗਏ ਆ? ਕਿਹੜੇ ਕੌਣ ਬੰਦੇ ਸੀ ਉਹ? ਕਾਂਗਰਸ ਦੇ ਵਰਕਰ ਸੀ ਜਾਂ ਕੋਈ ਬਾਹਰਲੀਆਂ ਸਟੇਟਾਂ ਤੋਂ ਆਏ ਹੋਏ ਬੰਦੇ ਸੀ? ਦੇਖੋ, ਇਹ ਰਾਹੁਲ ਗਾਂਧੀ ਨੂੰ ਜਾਂ ਲੋਕ ਜਿਹੜੇ ਗਏ ਹੋਣੇ ਉਹਨਾਂ ਨੂੰ ਪਤਾ ਹੋਣਾ, ਮੈਂ ਕਿਸਾਨਾਂ ਦੇ ਨਾਲ ਹੈ। ਮੈਂ ਟਿੱਪਣੀ ਕਿਹਾ ਹੈ ਵੀ ਇਹ ਜਿਹੜਾ ਇਦਾਂ ਦੇ ਜਿਹੜੇ ਰਾਜਨੀਤਿਕ ਅੰਦੋਲਨ ਹੋ ਰਹੇ ਆ, ਮੇਰੇ ਸਾਹਮਣੇ ਦੇਖੋ, ਮੈਂ ਤਾਂ ਇਹ ਗੱਲ ਕਹਿੰਦਾ ਵੀ ਰਾਜਨੀਤਿਕ ਅੰਦੋਲਨ ਨਹੀਂ ਹੋਣੇ ਚਾਹੀਦੇ, ਚਾਹੇ ਅਕਾਲੀ ਦਲ ਹੋਵੇ, ਚਾਹੇ BJP ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਕਿਸੇ ਨਹੀਂ ਕਰਨਾ ਚਾਹੀਦਾ। ਸਾਰੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਖੜਨਾ ਚਾਹੀਦਾ ਹੈ। ਅੱਜ ਅੰਦੋਲਨ ਛੱਡਣਾ ਚਾਹੀਦਾ। ਲੋਕ ਪਾਰਟੀਬਾਜ਼ੀ ਰਾਜਨੀਤੀ ਆਪਣੀ ਵੋਟਾਂ ਖਾਤਰ ਕਰਦਾ, ਨਹੀਂ ਹੋਣਾ ਚਾਹੀਦਾ ਸੀ। ਅੱਛਾ, ਦੱਸੋ ਵੀ ਕਿਸਾਨ ਤਾਂ ਦਿੱਲੀ ਵੱਲ ਜਾਣ ਨੂੰ ਸੋਚ ਰਹੇ, ਧਰਨਾ ਲਾਉਣ ਨੂੰ, ਰਾਹੁਲ ਗਾਂਧੀ ਜੀ ਪੰਜਾਬ ਆ ਕੇ ਧਰਨਾ ਲਾਉਣ ਲਈ? ਇਹ ਤਾਂ ਤੁਸੀਂ ਇਹ ਜਵਾਬ ਮੈਂ ਦੇ ਨਹੀਂ ਸਕਦਾ, ਰਾਹੁਲ ਗਾਂਧੀ ਦੇ ਤੁਸੀਂ ਬਤੌਰ ਕਿਸਾਨ ਵੀ ਹੋ। ਮੈਂ ਜੋ ਮੈਂ ਆਪਣੇ ਬਾਰੇ ਦੇ ਸਕਦਾ ਉਹ ਮੈਂ ਜਵਾਬ ਨਹੀਂ ਦੇ ਸਕਦਾ। ਮੈਂ ਇੱਕ ਗੱਲ ਕਹਿੰਦਾ ਸਾਰਿਆਂ ਨੂੰ, ਦੇਖੋ, ਮੈਂ ਤਾਂ ਇੱਕੋ ਬੇਨਤੀ ਕਰਦਾ ਹੈ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਕਿ ਅਪੀਲ ਕਰਨ, ਸਾਰੇ ਪੰਜਾਬ 12,000 ਪਿੰਡ ਹੈ ਪੰਜਾਬ ਦੇ ਲੋਕਾਂ ਨੂੰ, ਵੀ ਕੋਈ ਵੀ ਕਿਸੇ ਪਾਰਟੀ ਦਾ ਝੰਡਾ ਲੈ ਕੇ ਨਾ ਜਾਣ, ਸਾਰੇ ਕਿਸਾਨਾਂ ਦੇ ਝੰਡੇ ਥੱਲੇ ਚੱਲਣਗੇ। ਜਿਹੜਾ ਪਿੰਡਾਂ ਵਿੱਚ ਕੋਈ ਕਿਸੇ ਪਾਰਟੀ ਦਾ ਝੰਡਾ ਚੱਕਦਾ ਹੈ, ਕਿਸੇ ਵੀ ਪਾਰਟੀ ਦਾ, ਉਹਦਾ ਬਾਈਕਾਟ ਕਰਨ, ਲੋਕਾਂ ਉਹਦਾ ਚੁੱਲ੍ਹਾ ਸੇਕਣ, ਵੀ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਚੱਲਣਾ ਚਾਹੀਦਾ ਸਾਰਿਆਂ ਨੂੰ, ਕਿਸੇ ਵੀ ਪਾਰਟੀ ਦੇ ਝੰਡੇ ਥੱਲੇ ਨਹੀਂ ਚੱਲਣਾ ਚਾਹੀਦਾ। ਮੈਂ ਤਾਂ ਉਹ ਆਪਣੇ ਵੱਲ ਤੇ ਜਿਹੜੇ ਮੇਰੀ ਦਿਲ ਦੀ ਗੱਲ ਹੈ, ਮੈਂ ਤਾਂ ਇਹ ਕਹਿਣਾ ਚਾਹੁੰਦਾ। ਅੱਛਾ, BJP ਦੇ ਜਿਹੜੇ ਮੰਤਰੀ ਨੇ, ਕੇਂਦਰੀ ਮੰਤਰੀ ਆ, ਉਹਨਾਂ ਦਾ ਇਹ ਵੀ ਕਹਿਣਾ ਵੀ ਕਿਸਾਨ ਜਿਹੜੀ ਹੈ ਧਰਨਿਆਂ ਦੇ ਨਾਂ ਦੇ ਉੱਤੇ ਗੁੰਡਾਗਰਦੀ ਵਰਡ ਉਹਨਾਂ ਨੇ ਜਿਹੜਾ ਯੂਜ਼ ਕੀਤਾ। ਉਸ ਤੋਂ ਇਲਾਵਾ ਇੱਕ ਜਿਹੜਾ BJP ਦੇ ਤਾਲਮੇਲ ਕਮੇਟੀ ਦੇ ਮੈਂਬਰ ਨੇ ਹਰਜੀਤ ਸਿੰਘ ਗਰੇਵਾਲ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਕਈ ਕਿਸਾਨ ਜਥੇਬੰਦੀਆਂ ਦੀ ਸੋਚ ਨਕਸਲਾਈਟ ਹੈ। ਨਹੀਂ, ਕੋਈ ਇਸ ਤਰ੍ਹਾਂ ਦੀ ਕੋਈ ਨਹੀਂ। ਸਾਰੇ ਤਾਂ ਵਿਚਾਰੇ ਆਪਣੇ ਲੋਕਾਂ ਵਾਸਤੇ, ਆਪਣੇ ਭਲੇ ਵਾਸਤੇ, ਆਪਣੇ ਇਲਾਕੇ ਦੇ ਲੋਕਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰ ਰਹੇ ਹੈਗੇ। ਕੋਈ ਨਹੀਂ ਹੈਗਾ BJP ਦੀਆਂ ਟਿੱਪਣੀਆਂ ਦੇ ਉੱਤੇ। BJP ਵਾਲੇ ਆਪ ਗੁੰਡੇ ਹੋ ਸਕਦੇ, ਆਪ ਇਦਾਂ ਦੇ ਗਲਤ ਕੰਮ ਕਰਦੇ ਹੋਗੇ, ਸਾਰੇ ਇਸ ਤਰ੍ਹਾਂ ਦੇ ਲੱਗਦੇ, ਇਸ ਤਰ੍ਹਾਂ ਦੇ ਨਹੀਂ ਹੈਗੇ। ਤਾਂ ਵਿਚਾਰੇ ਸ਼ਾਂਤੀਪੂਰਵਕ ਆਪਣੇ ਕੰਮ ਛੱਡ ਕੇ ਆਏ, ਸਾਰੇ ਜ਼ਿਮੀਂਦਾਰ ਬੰਦੇ ਆ। ਤੁਸੀਂ ਆਪ ਸਾਰੇ ਜ਼ਿਮੀਂਦਾਰ ਨਾਲ ਸੰਬੰਧ ਰੱਖਦੇ, ਸਾਰੇ ਖੇਤਾਂ 'ਚ ਲੱਗੇ ਵੇ, ਕੋਈ ਮੱਕੀ ਵੱਢਣ, ਕੋਈ ਧਾਨ ਵੱਢਣ, ਕੋਈ ਵਾਹਣ ਲੱਗਿਆ ਵਾ, ਕੰਮ ਛੱਡ ਕੇ ਲੱਗੇ ਵੇ। ਇਸ ਟਾਈਮ ਬੰਦਾ 1000 ਰੁਪਏ ਦਿਹਾੜੀ ਨੂੰ ਨਹੀਂ ਮਿਲਦਾ ਇਸ ਟਾਈਮ, ਠੀਕ ਹੈ ਜੀ। ਇਹ ਬੰਦੇ ਵਿਚਾਰੇ ਛੱਡ ਕੇ ਲੱਗੇ ਵੇ, ਲੋਕਾਂ ਦੇ ਲਈ ਲੱਗੇ ਵੇ, ਸਾਰੇ ਆਏ ਵੇ ਇੱਥੇ ਬੈਠੇ ਆ ਵਿਚਾਰੇ ਭੁੱਖੇ ਭਾਣੇ। ਅੱਛਾ, ਆਖਰੀ ਜੇ ਸਵਾਲ ਆ ਸਾਡੇ, ਇਹ ਵਿਚਾਰੇ ਰੋਜ਼ ਰਾਤ ਨੂੰ ਸਾਰੀ ਰਾਤ ਜਿਹੜਾ ਫਲਾਈਓਵਰ ਆ ਉਹਦੇ ਥੱਲੇ ਪੈ ਜਾਂਦੇ ਆ, ਪਰ ਰੇਲ ਦੀ ਪਟੜੀ ਤੇ। ਇਹਨਾਂ ਨਾਲ ਅੱਜ ਤੱਕ ਕੋਈ ਰਾਜਨੀਤਿਕ ਬੰਦਾ ਆ ਕੇ ਸੁੱਤਾ ਨਹੀਂ ਹੈ? ਨਹੀਂ, ਆਪਾਂ ਠੀਕ ਹੋ ਗਏ ਹੁਣ, ਠੀਕ ਹੋ ਗਏ, ਮੈਂ ਠੀਕ ਹੋ ਗਿਆ ਹੁਣ, ਪਿਆ ਕਰਾਂਗੇ ਇਹਦੇ ਨਾਲ। ਮਤਲਬ ਐਲਾਨ ਕਰਦੇ ਹੋ? ਹਾਂ, ਨਹੀਂ, ਨਾਲ ਰਵਾਂਗੇ ਨਾ ਦਾ, ਮੈਂ ਦੱਸਦਾ ਠੀਕ ਹੋ ਗਿਆ ਬਿਲਕੁਲ। ਮੈਂ ਹੁਣ ਇਹਦੇ ਨਾਲ ਆਇਆ ਕਰਾਂਗਾ, ਰੇਲ ਦੀ ਪਟੜੀ ਤੇ ਪੈ ਜਾਗਾ। ਕੋਈ ਗੱਲੇ ਨਹੀਂ ਯਾਰ, ਆਪਾਂ ਤਾਂ ਥੱਲੇ ਰੋਡ 'ਤੇ ਸੌਣੇ ਵਾਲੇ ਬੰਦੇ ਆ।
ਇਹ ਕੋਈ ਮੈਂ ਕੋਈ ਉੱਪਰ ਤੇ ਥੋੜਾ ਆਇਆ ਵਾ, ਮੈਂ ਤਾਂ ਰੋਡ 'ਤੇ ਸੌਣੇ ਵਾਲਾ ਬੰਦਾ। ਦਿੱਲੀ 'ਚ 18 ਸਾਲ ਰੋਡ 'ਤੇ ਸੌਂਦੇ ਰਹੇ ਅਸੀਂ। ਸੰਦੋਆ ਸਾਹਿਬ ਨੂੰ ਦੇਖਾਂਗੇ ਆਪਾਂ ਉੱਤੇ ਸੁੱਤੇ ਹੋਏ ਅੱਜ ਅੱਜ ਦੇਖ ਲਓ ਸ਼ਾਮ ਨੂੰ ਆ ਜਾਾਂਗੇ ਯਾਰ। ਗੱਲ ਹੈ ਕਿ ਸੌਣੇ ਨੂੰ ਕਿਹਾ, ਮੈਨੂੰ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਮੈਂ ਕੋਈ ਚੰਡੀਗੜ੍ਹ ਥੋੜਾ, ਮੈਂ ਤਾਂ ਪਿੰਡ 'ਚ ਰਹਿੰਦਾ ਹੁਣ ਵੀ, ਸਦੋਏ ਪਿੰਡ 'ਚ ਰਹਿੰਦਾ। ਸਾਰੇ ਜਾਂਦੇ ਆ ਮੇਰੇ ਘਰੇ ਜਾ ਕੇ ਆਏ ਆ। ਕੋਈ ਮੈਂ ਚੰਡੀਗੜ੍ਹ ਦਾ ਲੀਡਰ ਤਾਂ ਹੈ ਨਹੀਂ ਹੈਗਾ। ਮੈਂ ਤਾਂ ਮਿੱਟੀ ਨਾਲ ਆਪ ਧਾਨ ਲਾਏ ਵੀ ਆਪ ਖੇਤੀਬਾੜੀ ਕਰਦਾ, ਸਾਰਾ ਕੰਮ ਆਪ ਕਰਨੇ ਵਾਲਾ ਬੰਦਾ। ਚਲੋ ਥੈਂਕ ਯੂ।